Good morning, student. Now today's topic is redistribution of charge during sharing. ਬੇਟਾ ਇਹਨੂੰ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਨਾਲ ਜਿਹੜਾ ਹੈ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਬੇਟਾ ਸਾਡੇ ਕੋਲ ਦੋ ਵੈਸਲਸ ਨੇ A ਤੇ B। ਬੇਟਾ ਦੋਨੋਂ ਵੈਸਲਸ ਨੂੰ ਅਸੀਂ ਜਿਹੜਾ ਹੈ ਵਿਦ ਦਾ ਹੈਲਪ ਆਫ ਨੈਰੋ ਪਾਈਪ ਅਸੀਂ ਬੇਟਾ ਜੁਆਇਨ ਕਰ ਦਿੱਤਾ ਤੇ ਬੇਟਾ ਵਿਚਕਾਰ ਅਸੀਂ ਇੱਕ ਜਿਹੜਾ ਹੈ ਵਾਲਵ ਲਗਾਤਾ ਹੈ। ਇਸ ਵਾਲ ਦਾ ਕੰਮ ਹੈ ਬੇਟਾ ਕਿ इधर का ਜਿਹੜਾ वाटर है दूसरे वैसल च नहीं जाएगा ਤੇ उधर का पानी बेटा इधर नहीं जाएगा। दोनों वैसल ਨੂੰ बेटा ਜੇ ਧਿਆਨ ਨਾਲ ਦੇਖਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਵੈਸਲ A ਹੈ ਇਹਦੀ ਜਿਹੜੀ ਕੈਪੈਸਿਟੀ ਹੈ ਉਹ ਘੱਟ ਹੈ B ਵੈਸਲ ਦੇ ਨਾਲੋਂ, ਕਿਉਂਕਿ बेटा ਇਹਦਾ ਬੇਸ ਏਰੀਆ ਜ਼ਿਆਦਾ ਹੈ। ਇਹਦੇ ਵਿੱਚ ਜ਼ਿਆਦਾ ਲਿਕਵਿਡ ਸਟੋਰ ਹੋਏਗਾ ਐਸ ਕੰਪੇਅਰ ਟੂ ਵੈਸਲ A। ਹਾਂਜੀ बेटा ਕਲੀਅਰ। ਦੋਨੋਂ ਵੈਸਲ ਵਿੱਚ बेटा ਲੈਵਲ ਦਾ ਲਿਕਵਿਡ ਦੇ ਲੈਵਲ ਦਾ ਦੇਖੋ ਬੇਟਾ ਡਿਫਰੈਂਸ ਹੈ। ਇੱਥੇ ਲੈਵਲ ਉੱਚਾ ਹੈ ਬੇਟਾ, ਇੱਥੇ ਲੈਵਲ ਜਿਹੜਾ ਹੈ ਨੀਵਾਂ। ਜੇ ਅਸੀਂ ਹੁਣ ਇਸ ਵਾਲਵ ਨੂੰ ਓਪਨ ਕਰ ਦਈਏ ਬੇਟਾ, ਜੇ ਅਸੀਂ ਵਾਲਵ ਓਪਨ ਕਰ ਦਿੰਦੇ ਹਾਂ, ਇੱਥੋਂ ਵਾਲਵ ਹਟਾ ਦੋਗੇ, ਕੀ ਹੋਏਗਾ? ਹਾਈ ਲੈਵਲ ਤੋਂ ਲਿਕਵਿਡ ਜਿਹੜਾ ਹੈ ਬੇਟਾ ਫਲੋ ਹੋਏਗਾ ਐਂਡ ਇਟ ਵਿਲ ਗੋ ਟੁਆਰਡਸ ਦਾ ਵੈਸਲ B। ਇਹਦਾ ਲੈਵਲ ਬੇਟਾ ਲਿਕਵਿਡ ਦਾ ਘਟਦਾ ਜਾਏਗਾ ਤੇ ਇਹਦਾ ਲੈਵਲ ਜਿਹੜਾ ਹੈ ਲਿਕਵਿਡ ਦਾ ਵੱਧਦਾ ਜਾਏਗਾ। ਇਹ ਓਨੀ ਦੇਰ ਤੱਕ ਪ੍ਰੋਸੈਸ ਚੱਲੇਗੀ ਜਿੰਨਾ ਚਿਰ ਤੱਕ ਦੋਨਾਂ ਸਾਈਡਾਂ ਦੇ ਉੱਤੇ ਲਿਕਵਿਡ ਦਾ ਜਿਹੜਾ ਲੈਵਲ ਹੈ ਉਹ ਸੇਮ ਨਹੀਂ ਹੋ ਜਾਂਦਾ। ਹਾਂਜੀ ਬੇਟਾ ਇੱਥੇ ਤੱਕ ਤੁਹਾਨੂੰ ਕਲੀਅਰ ਹੈ। ਮੰਨ ਲਓ ਜਦੋਂ ਅਸੀਂ ਬੇਟਾ ਵਾਲਵ ਨੂੰ ਇਤੋਂ ਹਟਾ ਦਿੱਤਾ, ਦੈਨ ਇੱਥੋਂ ਬੇਟਾ ਜਿਹੜਾ ਲੈਵਲ ਹੈ ਉਹ ਘਟਣਾ ਸ਼ੁਰੂ ਹੋਏਗਾ ਐਂਡ दूसरी साइड के उत्ते बेटा जो लैवल है वो तारा बेटा बढ़ना शुरू हो गया। जो दोनों साइड के उत्ते लिक्विड का लैवल बिल्कुल सेम हाइट ते आ गया बेटा दोनों साइड ते, दैन फ्लो ऑफ लिक्विड स्टॉप। ਇਹਦਾ मतलब लिक्विड फ्लो होना स्टॉप ਤਾਂ ਹੋਇਆ जेकर लैवल सेम है। इस चीज ਨੂੰ बेटा याद रखना है क्योंकि ਅਸੀਂ मेन टॉपिक ਤੇ जाना है। लेकिन एक चीज तुसी नोट करनी है, ਇਹਦੇ ਵਿੱਚ ਕੁਆਂਟੀਟੀ ਜਿਹੜੀ ਹੈ ਲਿਕਵਿਡ ਦੀ ਜਿਹੜੀ ਮਾਤਰਾ ਹੈ ਉਹ ਜ਼ਿਆਦਾ ਹੈ ਐਸ ਕੰਪੇਅਰ ਟੂ A। ਇਹਦੀ ਕੈਪੈਸਿਟੀ ਘੱਟ ਹੈ, ਇਹਦੀ ਕੈਪੈਸਿਟੀ ਜ਼ਿਆਦਾ ਹੈ। ਲਿਕਵਿਡ ਕਿਸ ਵੈਸਲ 'ਚ ਜਾਏਗਾ ਉਹ ਡਿਪੈਂਡ ਕਰਦਾ ਹੈ ਕਿ ਉਸ ਵੈਸਲ ਦੀ ਕੈਪੈਸਿਟੀ ਕਿੰਨੀ ਹੈ। ਇਸ ਡਾਇਗਰਾਮ ਦੇ ਅਕੋਰਡਿੰਗ ਜ਼ਿਆਦਾ ਲਿਕਵਿਡ ਜਿਹੜਾ ਬੇਟਾ ਸਟੋਰ ਹੋਏਗਾ ਵੈਸਲ B ਦੇ ਵਿੱਚ ਡਿਊ ਟੂ ਇਟਸ ਕੈਪੈਸਿਟੀ। ਨਾਓ ਇਫ ਵੀ ਸਿਮਿਲਰਲੀ if we have two spherical conductors, ਸਾਡੇ ਕੋਲ ਬੇਟਾ ਦੋ spherical conductors ਨੇ, ਇੱਕ ਦਾ ਰੇਡੀਅਸ r1 ਤੇ ਦੂਸਰਾ ਜਿਹੜਾ ਕੰਡਕਟਰ ਹੈ ਉਹਦਾ ਜਿਹੜਾ ਸਾਈਜ਼ ਵੱਡਾ ਹੈ ਤੇ ਬੇਟਾ ਉਹਦਾ ਜਿਹੜਾ ਰੇਡੀਅਸ ਹੈ it is r2 and this is the center। ਦੋਨਾਂ ਸਫੀਅਰਸ ਨੂੰ ਬੇਟਾ ਅਸੀਂ ਯੂਨੀਫਾਰਮਲੀ ਚਾਰਜ ਕਰ ਲਿਆ। ਇਹਦੇ ਉੱਪਰ ਚਾਰਜ ਜਿਹੜਾ ਸਟੋਰ ਹੋਇਆ ਹੈ ਉਸ ਦੀ ਵੈਲਿਊ Q1 ਤੇ ਜਿਹੜਾ ਦੂਸਰਾ ਸਾਡਾ ਸਫੈਰਿਕਲ ਜਿਹੜੀ ਬਾਡੀ ਹੈ ਬੇਟਾ ਉਹਨੂੰ ਵੀ ਅਸੀਂ ਯੂਨੀਫਾਰਮਲੀ ਚਾਰਜ ਕੀਤਾ ਤੇ ਉਹਦੇ ਉੱਪਰ ਜਿਹੜਾ ਚਾਰਜ ਹੈ ਸਾਡਾ ਉਹ Q2 ਹੈ। ਨਾਓ ਇਫ ਵੀ ਜੁਆਇਨ both the sphere with the help of a wire, बेटा जे वायर दे नाल दोनों spheres ਨੂੰ ਅਸੀਂ join ਕਰ ਦਾਂਗੇ then what will happen? charge will flow। बेटा charge flow ਕਰੇਗਾ, ਉਹ ਕਿੱਥੋਂ ਕਿੱਥੇ ਜਾਏਗਾ ਉਹ ਡਿਪੈਂਡ ਕਰਦਾ ਹੈ ਕਿਸ sphere ਦਾ ਪੋਟੈਂਸ਼ੀਅਲ ਜ਼ਿਆਦਾ ਹੈ। ਜਿਸ ਤਰ੍ਹਾਂ ਪਿੱਛੇ बेटा ਵਾਟਰ ਜਿਹੜਾ ਹੈ ਫਲੋ ਕੀਤਾ ਹਾਈ ਲੈਵਲ ਟੂ ਲੋ ਲੈਵਲ, इस तरीके ਨਾਲ बेटा ਜਿਹੜਾ ਚਾਰਜ ਹੈ ਉਹ ਫਲੋ ਕਰੇਗਾ ਹਾਈ ਪੋਟੈਂਸ਼ੀਅਲ ਟੂ ਲੋ ਪੋਟੈਂਸ਼ੀਅਲ। ਉਹਨਾਂ ਦੇਰ ਤੱਕ बेटा ਜਿਹੜਾ ਚਾਰਜ ਹੈ ਫਲੋ ਕਰਦਾ ਜਾਏਗਾ ਜਿੰਨਾ ਚਿਰ ਤੱਕ ਦੋਨਾਂ ਦਾ ਜਿਹੜਾ ਪੋਟੈਂਸ਼ੀਅਲ ਜਿਹੜਾ ਹੈ ਉਹ ਸੇਮ ਨਹੀਂ ਹੋ ਜਾਂਦਾ। ਮੰਨ ਲਓ ਇਸ ਸਫੀਅਰ ਦਾ ਜਿਹੜਾ ਹੈ ਪੋਟੈਂਸ਼ੀਅਲ ਹੈ बेटा V1 ਤੇ ਸੈਕੰਡ ਜਿਹੜਾ ਸਫੀਅਰ ਹੈ ਇਹਦਾ ਪੋਟੈਂਸ਼ੀਅਲ ਹੈ बेटा V2। ਮੰਨ ਲਓ ਕਿ ਸਾਡੇ ਕੋਲ V1 ਹੈ,
इट इज ग्रेटर दैन V2। ਅਸੀਂ ਮੰਨ ਲਿਆ ਬੇਟਾ ਕਿ ਜਿਹੜਾ V1 ਹੈ ਇਹਦਾ ਪੋਟੈਂਸ਼ੀਅਲ V2 ਦੇ ਨਾਲੋਂ ਬੇਟਾ ਹੈ ਜ਼ਿਆਦਾ ਹੈ। ਇਹਦਾ ਮਤਲਬ ਜਿਹੜਾ ਚਾਰਜ ਹੈ ਉਹ ਬੇਟਾ ਇਸ ਸਫੀਅਰ ਤੋਂ ਮਤਲਬ A ਸਫੀਅਰ ਤੋਂ B ਸਫੀਅਰ ਵਾਲੇ ਪਾਸੇ ਬੇਟਾ ਜਿਹੜਾ ਚਾਰਜ ਹੈ ਉਹ ਫਲੋ ਹੋਣਾ ਸ਼ੁਰੂ ਹੋ ਜਾਏਗਾ। ਇਹ ਪ੍ਰੋਸੈਸ ਓਨੀ ਦੇਰ ਤੱਕ ਚੱਲਦੀ ਰਹੇਗੀ ਜਿੰਨਾ ਦੇਰ ਤੱਕ ਦੋਨਾਂ ਦਾ ਪੋਟੈਂਸ਼ੀਅਲ ਸੇਮ ਨਹੀਂ ਹੋ ਜਾਂਦਾ। ਐਂਡ that same common potential of two sphere is called common potential। ਇਹ ਦੋਨਾਂ ਸਫੀਅਰਾਂ ਦਾ ਬੇਟਾ ਜਿਹੜਾ ਸੇਮ ਪੋਟੈਂਸ਼ੀਅਲ ਆਏਗਾ ਉਸ ਨੂੰ ਅਸੀਂ ਜਿਹੜਾ ਨਾਮ ਦਿੱਤਾ ਹੈ common potential। ਹਾਂਜੀ ਬੇਟਾ ਕਲੀਅਰ। ਇੱਕ ਚੀਜ਼ ਨੋਟ ਕਰਨੀ ਹੈ ਕਿ ਚਾਰਜ ਇੱਕ ਸਫੀਅਰ ਤੋਂ ਦੂਸਰੇ ਸਫੀਅਰ ਤੇ ਟ੍ਰਾਂਸਫਰ ਹੋਇਆ ਹੈ। ਕੋਈ ਬੇਟਾ ਚਾਰਜ ਦੀ ਜਿਹੜੀ ਹੈ ਲੌਸਿੰਗ ਨਹੀਂ ਹੋਈ, ਚਾਰਜ ਲੌਸ ਨਹੀਂ ਹੋਇਆ, ਚਾਰਜ ਜਸਟ ਟ੍ਰਾਂਸਫਰ ਫਰੋਮ ਵਨ ਬੋਡੀ ਟੂ ਐਨਦਰ ਬੋਡੀ। ਜਿਸ ਤਰ੍ਹਾਂ ਬੇਟਾ ਪਿੱਛੇ ਆਪਾਂ ਦੇਖਿਆ ਲਿਕੁਇਡ ਜਿਹੜਾ ਹੈ ਉਹ ਇੱਕ ਬੋਡੀ ਤੋਂ ਦੂਜੀ ਬੋਡੀ ਵਿੱਚ ਚਲਾ ਗਿਆ, ਇੱਕ ਵੈਸਲ ਤੋਂ ਦੂਜੇ ਵੈਸਲ ਤੇ ਚਲਾ ਗਿਆ। ਉੱਥੇ ਲਿਕੁਇਡ ਬੇਟਾ ਵੇਸਟ ਨਹੀਂ ਹੋਇਆ, ਬਸ ਉਹਨੇ ਆਪਣੀ ਜਗ੍ਹਾ ਬਦਲੀ। ਇਸੇ ਤਰੀਕੇ ਨਾਲ ਬੇਟਾ ਚਾਰਜ ਹੈ ਉਹ A ਬੋਡੀ ਤੋਂ ਦੂਜੀ ਬੋਡੀ ਵਿੱਚ ਜਿਹੜਾ ਹੈ ਉਹ ਟ੍ਰਾਂਸਫਰ ਹੋ ਗਿਆ। ਉੱਥੇ ਬੇਟਾ ਲਿਕੁਇਡ ਦੀ ਗੱਲ ਹੋ ਰਹੀ ਹੈ, ਇੱਥੇ ਲਿਕੁਇਡ ਦੀ ਜਗ੍ਹਾ ਤੇ ਚਾਰਜ ਹੈ। ਉੱਥੇ ਲੈਵਲ ਸੇਮ ਹੋ ਗਿਆ ਸੀ, ਇੱਥੇ ਬੇਟਾ ਪੋਟੈਂਸ਼ੀਅਲ ਜਿਹੜਾ ਹੈ ਉਹ ਸੇਮ ਹੋ ਗਿਆ। ਨਾਓ if Q1 is the charge on A, Q2 is the charge on B, then total charge before sharing ਬੇਟਾ ਜਿਹੜਾ ਟੋਟਲ ਚਾਰਜ ਹੈ ਪਹਿਲਾਂ ਸੀਗਾ ਬੇਟਾ Q1 Q2, ਇਹ ਕਦੋਂ ਦਾ ਚਾਰਜ ਹੈ ਜਦੋਂ ਅਸੀਂ ਇਹਨਾਂ ਨੂੰ ਕਨੈਕਟ ਨਹੀਂ ਕੀਤਾ। ਇਹਦੇ ਉੱਪਰ ਚਾਰਜ Q1 ਸੀ, ਇਹਦੇ ਉੱਪਰ ਚਾਰਜ Q2, then total charge is given by Q1 plus Q2 before sharing, before connecting with the wire. But when we connect both of them with the help of a wire, then the charge start flowing। ਤੇ ਬੇਟਾ ਜੇ ਚਾਰਜ ਫਲੋ ਹੋ ਗਿਆ ਤੇ ਇਹ ਚਾਰजेस ਦੀ ਬੇਟਾ ਵੈਲਿਊ ਚੇਂਜ ਹੋ ਜਾਏਗੀ। ਮੰਨ ਲਓ ਕਿ ਇਹਦੇ ਉੱਪਰ ਜਿਹੜਾ ਚਾਰਜ ਹੈ ਉਹ Q1 ਡੈਸ਼ ਹੈ, ਇਹਦੇ ਉੱਪਰ ਜਿਹੜਾ ਨਵਾਂ ਚਾਰਜ ਆਇਆ ਬੇਟਾ ਸਾਡੇ ਕੋਲ that is Q2 ਡੈਸ਼। then total ਜਿਹੜਾ ਚਾਰਜ ਹੋਏਗਾ ਆਫਟਰ ਸ਼ੇਅਰਿੰਗ ਉਹ ਬੇਟਾ ਸਾਡੇ ਕੋਲ ਆਏਗਾ Q1 ਡੈਸ਼ ਪਲੱਸ Q2 ਡੈਸ਼। ਇਹ ਟੋਟਲ ਚਾਰਜ ਹੈ ਬੇਟਾ ਬਿਫੋਰ ਸ਼ੇਅਰਿੰਗ, ਇਹ ਟੋਟਲ ਚਾਰਜ ਹੈ ਆਫਟਰ ਸ਼ੇਅਰਿੰਗ। ਔਰ ਬੇਟਾ ਤੁਸੀਂ ਦੱਸ ਸਕਦੇ ਹੋ ਇਹਨਾਂ ਚੋਂ ਕਿਸ ਦੀ ਵੈਲਿਊ ਜਿਹੜੀ ਹੈ ਜ਼ਿਆਦਾ ਹੋਏਗੀ। ਇਹ ਦੋਨੋਂ ਹੀ ਇਕੁਅਲ ਹੋਣਗੇ ਕਿਉਂਕਿ ਜਿੰਨਾ ਟੋਟਲ ਚਾਰਜ ਪਹਿਲਾਂ ਸੀ ਉਨਾ ਹੀ ਟੋਟਲ ਚਾਰਜ ਜਿਹੜਾ ਹੈ ਸਾਡਾ ਬਾਅਦ ਚੋਂ ਆਏਗਾ। ਚਾਰਜ ਨੇ ਆਪਣੀ ਜਿਹੜੀ ਹੈ ਪਲੇਸ ਚੇਂਜ ਕੀਤੀ ਹੈ, ਚਾਰਜ ਲਾਸ ਨਹੀਂ ਹੁੰਦਾ ਸ਼ੇਅਰਿੰਗ ਕਰਕੇ। therefore you can write Q1 plus Q2 will be equal to Q1 dash plus Q2 dash। बेटा यह चीज तुसी नोट करनी है। Q1 plus Q2 total charge before sharing become equal to total charge after sharing। now come to next point। बेटा मैं डायग्राम ਨੂੰ ਜਿਹੜਾ ਹੁਣ ਰਬ ਕਰਨ ਲੱਗਾ, ਜੇ ਦੇਖਣੀ ਹੋਵੇ ਤੇ ਤੁਸੀਂ ਦੁਬਾਰਾ ਵੀਡੀਓ ਨੂੰ ਪਿੱਛੇ ਕਰਕੇ ਦੇਖ ਸਕਦੇ ਹੋ। now total charge before sharing is equal to total charge after sharing। now what is Q1? this is a charge on first sphere। बेटा ਜਿਹੜਾ ਪਹਿਲਾ ਸਫੀਅਰ ਸੀ ਇਹ ਉਹਦੇ ਉੱਪਰ ਚਾਰਜ ਸੀ ਬੇਟਾ। ਤੇ ਅਸੀਂ ਕੱਲ ਇੱਕ ਫਾਰਮੂਲਾ ਪੜਿਆ ਬੇਟਾ ਚਾਰਜ ਦਾ ਜਿਹੜਾ ਫਾਰਮੂਲਾ ਹੈ Q is equal to CV। ਇਹ ਜ਼ਰੂਰ ਦੇਖੋ ਬੇਟਾ ਸੈਕੰਡ ਲੈਕਚਰ ਤੋਂ ਪਹਿਲਾਂ ਬੇਟਾ ਜਿਹੜੀ ਫਸਟ ਲੈਕਚਰ ਹੈ ਉਹਨੂੰ ਜ਼ਰੂਰ ਦੇਖਣਾ ਕਿਉਂਕਿ ਬੇਟਾ ਤੁਹਾਨੂੰ ਕਲੈਰਿਟੀ ਜ਼ਿਆਦਾ ਹੋਏਗੀ। now Q charge is equal to capacitance multiplied by potential। now beta this is the charge on first sphere। ਪਹਿਲੇ ਸਫੀਅਰ ਦਾ ਸਾਡੀ ਜਿਹੜੀ ਕਪੈਸਿਟੀ ਹੈ ਬੇਟਾ ਅਸੀਂ ਮੰਨ ਲਈ C1 ਤੇ ਪਹਿਲੇ ਦਾ ਪੋਟੈਂਸ਼ੀਅਲ ਸੀਗਾ V1। ਬੇਟਾ ਇਹ ਉਦੋਂ ਦੀ ਗੱਲ ਹੈ ਜਦੋਂ ਹਲੇ ਸ਼ੇਅਰਿੰਗ ਨਹੀਂ ਹੋਈ, ਜੁਆਇਨਿੰਗ ਨਹੀਂ ਕੀਤੀ। ਪਲੱਸ ਨਾਓ ਅਗੇਨ ਚਾਰਜ ਦਾ ਫਾਰਮੂਲਾ CV। ਇਹ ਦੂਸਰੀ ਬੋਡੀ ਦਾ ਉੱਪਰ ਚਾਰਜ ਹੈ, ਉਹਦੀ ਕਪੈਸਿਟੀ ਮੰਨ ਲਓ ਬੇਟਾ C2, ਉਹਦਾ ਪੋਟੈਂਸ਼ੀਅਲ ਅਸੀਂ ਮੰਨ ਲਿਆ ਬੇਟਾ V2। ਅੱਗੇ ਆ ਗਿਆ ਇਕੁਅਲ। ਬੇਟਾ ਇਹ ਸ਼ੇਅਰਿੰਗ ਤੋਂ ਬਾਅਦ ਜਿਹੜਾ ਚਾਰਜ ਹੈ ਪਹਿਲੀ ਬੋਡੀ ਉੱਪਰ ਜਿਹੜਾ ਫਸਟ ਸਫੀਅਰ ਸੀ ਉਹਦੇ ਉੱਪਰ ਸ਼ੇਅਰਿੰਗ ਤੋਂ ਬਾਅਦ
जिस दी कैपेसिटी है C1, पहले स्फीयर दी कैपेसिटी बेटा C1, ਤੇ बेटा उदों पोटेंशियल दोनों का सेम हो गया सी, क्योंकि चार्ज फ्लो होना उदों ही बंद होएगा जिन्नी देर तक पोटेंशियल सेम नहीं होता। मान लो इसका पोटेंशियल बन गया है V प्लस सिमिलरली इट्स वैल्यू विल बी C2V। दिस इज द कॉमन पोटेंशियल। नाउ C1 V1 प्लस C2 V2 विल बी इक्वल टू, साढ़े को आ जाएगा बेटा C1 प्लस C2, ਤੇ बेटा कॉमन पोटेंशियल ਜਿਹੜਾ ਹੈ ਵਿੱਚੋਂ ਬਾਹਰ ਨਿਕਾਲ ਲਿਆ, एंड V ਦੀ ਜਿਹੜੀ ਸਾਡੀ ਵੈਲਿਊ ਹੈ ਆ बेटा ਇਹਦੇ ਨੀਚੇ ਆ ਜਾਏਗੀ। ਇਟ ਵਿਲ ਬਿਕਮ C1 V1 प्लस C2 V2 डिवाइडेड बाय साढ़े को बेटा आ जाएगी थले C1 प्लस C2। हाँ जी बेटा इत्थे तक जिसनों क्लीयर है इनू बेटा तुसी नोट कर लो। कॉमन पोटेंशियल का जो फॉर्मूला है C1 V1 प्लस C2 V2 ओवर C1 प्लस C2। नाउ व्हाट इज C1 V1 बेटा CV ऐसे चार्ज है, इथे 1 पाने का मतलब है पहले स्फीयर ऊपर चार्ज, एज सैकंड स्फीयर ऊपर चार्ज, तो बेटा दोनों का विच प्लस है। इट मीन दिस इज द टोटल चार्ज। ਇਹਦਾ मतलब ऊपर फार्मूला बन गया साढ़े को बेटा टोटल चार्ज डिवाइडेड बाय थले आ गई बेटा टोटल कैपेसिटी। इट मीन्स कॉमन पोटेंशियल इज गिवन बाय टोटल चार्ज डिवाइडेड बाय टोटल कैपेसिटी। नाउ कम टू नेक्स्ट पॉइंट। बेटा मैं रब कर लगा, ਜਿਹੜੀ बेटा ਅਸੀਂ एग्जाम्पल ਲਈ ਸੀ ਉਹਦੇ ਵਿੱਚ ਤੁਸੀਂ ਨੋਟ ਕੀਤਾ ਕਿ ਕਿਸ ਵੈਸਲ ਦੇ ਵਿੱਚ ਲਿਕੁਇਡ ਦੀ ਅਮਾਉਂਟ ਜ਼ਿਆਦਾ ਆਈ ਸੀ। बेटा ਉਹ ਡਿਪੈਂਡ ਕਰਦਾ ਹੈ ਉਹਦੀ ਕੈਪੈਸਿਟੀ ਤੇ। ਸਿਮਿਲਰਲੀ ਹੁਣ ਕਿਹੜੇ ਸਫੀਅਰ ਦੇ ਉੱਤੇ बेटा ਜਿਹੜਾ ਚਾਰਜ ਜ਼ਿਆਦਾ ਆਏਗਾ ਉਹ ਡਿਪੈਂਡ ਕਰਦਾ ਹੈ ਉਸ ਸਫੀਅਰ ਦੀ ਕੈਪੈਸਿਟੀ ਤੇ। ਸਾਡੇ ਕੋਲ बेटा दो ਸਫੀਅਰ ਨੇ, ਇੱਕ ਦਾ ਸਾਈਜ਼ बेटा ਅਸੀਂ ਜਿਹੜਾ ਹੈ ਸਮਾਲ ਲਿਆ ਹੈ R1 ਰੇਡੀਅਸ ਵਾਲਾ, ਦੂਸਰਾ ਸਫੀਅਰ ਦਾ ਸਾਈਜ਼ ਅਸੀਂ ਥੋੜਾ बेटा ਵੱਡਾ ਲੈ ਲਿਆ ਹੈ, ਉਹਦਾ ਰੇਡੀਅਸ ਹੈ R2। ਇਸ ਦੀ ਕੈਪੈਸਿਟੀ C1 ਹੈ, ਇਸ ਦੀ ਕੈਪੈਸਿਟੀ बेटा C2 ਹੈ। ਹਾਂਜੀ ਕਲੀਅਰ। ਹੁਣ ਇਹਨਾਂ ਦੋਨਾਂ ਵਿੱਚੋਂ ਕਿਸ ਦੀ ਕੈਪੈਸਿਟੀ ਜ਼ਿਆਦਾ ਹੋਏਗੀ? ਕੱਲ बेटा ਅਸੀਂ ਪੜਿਆ ਸੀ ਕੈਪੈਸਿਟੀ ਜਿਹੜੀ ਹੈ ਸਫੈਰਿਕਲ ਕੰਡਕਟਰ ਦੀ ਡਿਪੈਂਡ ਕਰਦੀ ਹੈ ਉਹਦੇ ਰੇਡੀਅਸ ਦੇ ਉੱਤੇ। ਇਹ ਕੱਲ ਦੀ ਡਿਸਕਸ਼ਨ ਦੇਖੋ बेटा ਕੀਤੀ ਹੈ ਫਸਟ ਵੀਡੀਓ 'ਚ। ਕੈਪੈਸਿਟੀ ਜਿਹੜੀ ਹੈ ਡਿਪੈਂਡ ਕਰਦੀ ਹੈ ਰੇਡੀਅਸ ਤੇ, ਇਹਦਾ ਰੇਡੀਅਸ ਜ਼ਿਆਦਾ ਹੋਣ ਕਰਕੇ ਇਹਦੀ ਕੈਪੈਸਿਟੀ ਜ਼ਿਆਦਾ ਹੈ। ਤੇ ਜਦੋਂ बेटा ਸ਼ੇਅਰਿੰਗ ਹੋਏਗੀ ਤੇ ਇਸ ਸਫੀਅਰ ਦੇ ਉੱਪਰ ਜਿਹੜਾ ਚਾਰਜ ਹੈ ਉਹ ਜ਼ਿਆਦਾ ਆਏਗਾ ਐਸ ਕੰਪੇਅਰ ਟੂ ਡੈਟ ਸਫੀਅਰ। ਜਦੋਂ ਦੋਨਾਂ ਨੂੰ ਅਸੀਂ बेटा ਜੁਆਇਨ ਕਰ ਦਾਂਗੇ ਤੇ ਕਿਹੜੇ ਸਫੀਅਰ ਉੱਪਰ ਚਾਰਜ ਜ਼ਿਆਦਾ ਜਾਏਗਾ? C2 ਦੇ ਉੱਪਰ ਜ਼ਿਆਦਾ ਜਾਏਗਾ। ਕਾਰਨ ਕਿਉਂਕਿ ਇਸ ਸਫੀਅਰ ਦੀ ਕੈਪੈਸਿਟੀ ਜ਼ਿਆਦਾ ਹੈ। ਕਿਉਂ ਜ਼ਿਆਦਾ ਹੈ? ਅਕੋਰਡਿੰਗ ਟੂ ਫਾਰਮੂਲਾ ਕੈਪੈਸਿਟੀ ਡਿਪੈਂਡ ਅਪਨ ਦਾ ਸਾਈਜ਼ ਆਫ ਦੀ ਕੰਡਕਟਰ। ਨਾਓ ਚਾਰਜ ਜਿਹੜਾ ਹੈ बेटा ਸਟੋਰ ਹੁੰਦਾ ਹੈ ਅਕੋਰਡਿੰਗ ਟੂ देयर कैपेसिटी, दैट इज Q proportional to C। ਜਿਹੜਾ ਚਾਰਜ ਹੈ बेटा कैपेसिटी ਦੇ डायरेक्टली। therefore we can write Q1 dash ਜਿਹੜਾ ਪਹਿਲੇ ਉੱਪਰ ਜਿਹੜਾ ਚਾਰਜ ਹੈ ਸ਼ੇਅਰਿੰਗ ਤੋਂ ਬਾਅਦ ਇੱਥੇ बेटा Q1 dash ਹੋ ਗਿਆ। it is proportional to C1 and Q2 dash ਉਹਦੇ ਉੱਪਰ ਕਿੰਨਾ ਚਾਰਜ ਆਏਗਾ? it is proportional to बेटा ਉਹਦੀ ਕੈਪੈਸਿਟੀ ਤੇ ਆ ਗਿਆ। ਦੋਨਾਂ ਨੂੰ ਅਸੀਂ ਡਿਵਾਈਡ ਕਰ ਦਿੱਤਾ Q1 dash divided by Q2 dash, Q1 dash divided by Q2 dash। ਜਦੋਂ बेटा ਇਹਨਾਂ ਨੂੰ ਡਿਵਾਈਡ ਕਰੋਗੇ ਤੇ ਇਕੁਅਲ ਦਾ ਸਾਈਨ ਆਏਗਾ ਕਿਉਂਕਿ ਵਿੱਚ ਜਿਹੜਾ ਪ੍ਰੋਪੋਰਸ਼ਨੈਲਿਟੀ ਕਾਂਸਟੈਂਟ ਜਿਹੜੇ ਨੇ ਉਹ ਕੈਨਸਲ ਹੋ ਗਏ। we get just C1 divided by C2, C1 divided by C2 और equal to C1 ਇਹਦੀ ਕੈਪੈਸਿਟੀ ਦਾ ਫਾਰਮੂਲਾ 4 ਪਾਈ
एप्सिलॉन नॉट R1 डिवाइडेड बाय C2 ਦੀ ਕਪੈਸਿਟੀ ਦਾ ਫਾਰਮੂਲਾ 4 ਪਾਈ एप्सिलॉन नॉट R2 बेटा ਇਹ ਕਾਂਸਟੈਂਟ ਜਿਹੜੇ ਵਿੱਚੋਂ ਕੈਨਸਲ ਹੋ ਗਏ ਐਂਡ ਵੀ ਗੈਟ ਸਾਡੇ ਕੋਲ ਜਿਹੜਾ ਇੱਕ ਫਾਰਮੂਲਾ ਬਚੇਗਾ and that will be equal to Q1 dash divided by Q2 dash equal to C1 over C2 equal to R1 over R2। बेटा इस फॉर्मूले ਨੂੰ ਚੰਗੀ ਤਰ੍ਹਾਂ ਨੋਟ ਕਰ ਲਓ। ਸ਼ੇਅਰਿੰਗ ਤੋਂ ਬਾਅਦ ਜਿਹੜਾ ਪਹਿਲੇ ਸਫੀਅਰ ਉੱਪਰ ਕਿੰਨਾ ਚਾਰਜ ਰਹੇਗਾ ਉਹ ਡਿਪੈਂਡ ਕਰਦਾ ਹੈ ਉਹਦੀ ਕਪੈਸਿਟੀ ਤੇ, ਉਹਦੀ ਕਪੈਸਿਟੀ ਗਾਂ ਡਿਪੈਂਡ ਕਰਦੀ ਹੈ ਉਹਦੇ ਸਾਈਜ਼ ਦੇ ਉੱਪਰ। ਸਿਮਿਲਰਲੀ ਫॉर ਸੈਕੰਡ ਸਫੀਅਰ ਆਲਸੋ। ਨਾਓ Q1 dash over Q2 dash is equal to C1 over C2 is equal to R1 divided by R2। ਜਦੋਂ ਚਾਰਜਿੰਗ ਦੀ ਸ਼ੇਅਰਿੰਗ ਹੁੰਦੀ ਹੈ, ਅਸੀਂ ਇੱਕ ਗੱਲ ਪਹਿਲਾਂ ਵੀ ਦੱਸ ਚੁੱਕੇ ਹਾਂ, ਜਦੋਂ ਵੀ ਚਾਰਜਿੰਗ ਦੀ ਸ਼ੇਅਰਿੰਗ ਹੁੰਦੀ ਹੈ ਚਾਰਜ ਲਾਸ ਨਹੀਂ ਹੁੰਦਾ। ਨਾਓ we are going to find out the value of Q1 dash similarly Q2 dash। ਅਸੀਂ ਬੇਟਾ ਉਹਦੀ ਜਿਹੜੀ ਵੈਲਿਊ ਹੈ ਉਹ ਨਿਕਾਲਣ ਜਾ ਰਹੇ ਹਾਂ। ਨਾਓ Q1 dash will be equal to बेटा ਇਹਨੂੰ ਉੱਪਰ ਲੈ ਜਾਂਦੇ ਹਾਂ C1 divided by C2 multiply by Q2 dash। बेटा पहले दो क्वेश्चन ਅਸੀਂ ਲੈ ਲਈਆਂ। Q1 dash equal to C1 over C2 multiply by Q2 dash। Now we know that Q1 plus Q2 बेटा पहला चार्ज किहदे इक्वल सी, शेयरिंग वाले चार्ज दे इक्वल है। पिछे भी आपां इक्वेशन पढ़ी, जिन्ना चार्ज टोटल बिफोर शेयरिंग उन्ना ही चार्ज बेटा आफ्टर शेयरिंग आएगा। ਇਹਦੇ ਵਿੱਚੋਂ बेटा ਅਸੀਂ Q2 डैश ਦੀ ਜਿਹੜੀ ਵੈਲਿਊ ਫਾਈਂਡ ਆਊਟ ਕਰਦੇ ਹਾਂ, ਇਹਨੂੰ ਇੱਧਰ ਲੈ ਕੇ ਆਨੇ ਆ ਮਾਈਨਸ ਹੋ ਜਾਏਗਾ। देयरफॉर Q2 डैश विल बी इक्वल टू ਸਾਡੇ ਕੋਲ ਆਏਗਾ Q1 प्लस Q2 माइनस Q1 डैश। इस Q2 डैश की वैल्यू बेटा ਅਸੀਂ ਇੱਥੇ पुट ਕਰਨ ਜਾ ਰਹੇ ਹਾਂ। नाउ द इक्वेशन विल बिकम बेटा मैं रब ਕਰਨ लगा नाल नोट कर लो Q2 डैश की वैल्यू Q1 प्लस Q2 माइनस Q1 डैश एंड वी गेट this become equal to C1 over C2 multiply by Q1 plus Q2 minus Q1 dash। बेटा ब्रैकेट ओपन कर लगे हैं C1 over C2। बेटा ਇਹਦੀ ਜਿਹੜੀ ਮਲਟੀਪਲੀਕੇਸ਼ਨ ਪਹਿਲਾਂ ਇਹਦੇ ਨਾਲ ਕਰਦੇ ਹਾਂ, ਇਕੱਠੇ ਕਰ ਦੋ बेटा Q1 plus Q2 ਨੂੰ ਇੱਕ ਬ੍ਰੈਕਟ 'ਚ ਰੱਖ ਲਓ, ਇਹਨੂੰ ਇਕੱਠੇ ਨੂੰ बेटा ਇਹਦੇ ਨਾਲ ਮਲਟੀਪਲਾਈ ਕਰਤਾ ਮਾਈਨਸ ਹੁਣ ਇਹਦੀ ਮਲਟੀਪਲੀਕੇਸ਼ਨ बेटा ਇਹਦੇ ਨਾਲ ਕਰ ਲਗੇ ਹਾਂ, ਕਿੰਨਾ ਆਏਗਾ C1 divided by C2 multiply by Q1 dash। बेटा लेफ्ट साइड ਤੇ ਵੀ ਸਾਡੇ ਕੋਲ Q1 dash ਹੀ ਹੈ। बेटा Q1 dash ਤੇ Q1 dash ਇਹਨਾਂ ਨੂੰ ਇਕੱਠਾ ਕਰ ਲੈਣੇ ਆ, ਇਹਨੂੰ ਇਸ ਸਾਈਡ ਤੇ ਲੈ ਕੇ ਜਾਂਦੇ ਆ ਐਂਡ ਵੀ ਗੈਟ now we get Q1 dash इधर बेटा इधर लेके आए प्लस C1 over C2 Q1 dash become equal to ਇਹ ਕਿਹਦੇ ਇਕੁਅਲ ਆ ਜਾਏਗਾ ਸਾਡੇ ਕੋਲ C1 divided by C2। हाँ जी ਅੱਗੇ ਆ ਜਾਏਗਾ बेटा ਸਾਡੇ ਕੋਲ Q1 plus Q2। now ਇਹਦੇ ਵਿੱਚੋਂ कॉमन आ गया साढ़े कोल Q1 डैश इच बेटा 1 प्लस C1 ओवर C2 इज इक्वल टू साढ़े कोल आ गया बेटा तो C1 C2 Q1
प्लस Q2 डैश। और इसका बेटा जो साडा LCM है वो कितना आएगा Q1 डैश, इट बिकम इक्वल टू, नीचे आ जाएगा बेटा C2, ऊपर आ गया C1 प्लस C2 इज इक्वल टू C1 ओवर C2। नाउ Q1 प्लस Q2 डैश। बेटा असी जी वैल्यू निकालनी है Q1 डैश, Q1 डैश विल बी इक्वल टू, बेटा ए दोनों साइडों तो पहला C2 ना C2 साडे को कैंसल, आ जी वैल्यू है वो बेटा नीचे चली जाएगी, साडे को आ जाएगा C1 डिवाइडेड बाय C1 प्लस C2 मल्टीप्लाई बाय Q1 प्लस Q2, Q1 प्लस Q2। Now, this is a formula for capacity, charge on first sphere after sharing। बेटा किस तरह निकालना है? देखो बेटा जो 1 है ना, चार्ज ओदी ही कैपेसिटी दे बिल्कुल डायरेक्टली आएगा। जे पहले कंडक्टरों पर चार्ज निकालना है ओदी इथे कैपेसिटी पर हो, डिवाइडेड बाय टोटल कैपेसिटी, तो बेटा आ गया तारे को बेटा Q1 प्लस Q2। नाउ टोटल चार्ज ओवर टोटल कैपेसिटी, टोटल चार्ज एंड दिस इज आवर टोटल कैपेसिटी। सिमिलरली वी कैन राइट हियर एज Q1 डैश इक्वल टू C1 V। बेटा ए पीछे पढ़िया सी फॉर्मूला, दिस इज अ कॉमन पोटेंशियल, टोटल चार्ज नू टोटल कैपेसिटी दे नाल डिपेंड कर देना है, ते नाल बेटा ओदी ही जिहड़ी कैपेसिटी है निकाल सकते बेटा इस तरह। हाँ जी बेटा क्लियर। Q1 डैश की वैल्यू C1 ओवर C1 प्लस C2, Q1 प्लस Q2। और वी कैन राइट आल्सो Q1 डैश इक्वल टू बेटा कैपेसिटी जिहड़ी है रेडियस दे प्रपोर्शनल, इथे भी बेटा तेरे को रेडियस आ जाएगा R1 प्लस R2 बिकॉज कैपेसिटी इज गिवन बाय 4 पाई एप्सिलॉन नॉट R। नाउ हियर इज द टोटल चार्ज, दिस इज Q1 प्लस Q2। दिस इज द सेकंड फॉर्मूला फॉर कैलकुलेटिंग Q1 डैश। Q1 डैश इज द टोटल चार्ज आफ्टर शेयरिंग ऑन फर्स्ट कंडक्टर। Similarly we can write Q2 डैश, बेटा Q2 डैश की वैल्यू किस तरह बनेगी, साढ़े को आ जाएगा Q2 डैश, बेटा 1 है तो इतने ध्यान रखना है 1, ये 2 है तो साढ़े को आ जाएगा बेटा इतने 2 डिवाइडेड बाय टोटल, बेटा उन्होंने रेडियस आ जाएगा नीचे, ते अगेन इतने आ जाएगा बेटा साढ़े को टोटल चार्ज। Q2 डैश बिकम इक्वल टू R2 ओवर R1 प्लस R2 Q1 प्लस Q2। नाउ इस तो बाद जिहड़ा बेटा असीं एक जिहड़ी है प्रॉब्लम डिस्कस करते हैं। बेटा फॉर्मूले नोट कर ले। मान लो साडे कोल एक स्फीयर है जिसका रेडियस R1, इन्हों बेटा यूनीफॉर्मली चार्ज किया है, पॉजिटिव चार्ज है, यह टोटल चार्ज है बेटा 12 माइक्रो कूलम। एक सैकंड स्फीयर है जिसका रेडियस जिहड़ा है पहले स्फीयर नालों ज्यादा है, उसका रेडियस असी मान लो बेटा R2 है, ये ऊपर जिहड़ा चार्ज है इट इज नेगेटिव एंड इट इज -3 माइक्रो कूलम। बेटा एक ऊपर चार्ज 12 माइक्रो कूलम है, दूसरे ऊपर चार्ज जिहड़ा है -3 माइक्रो कूलम। जिहड़ा पहला है रेडियस R1 की वैल्यू बेटा है 5 सेंटीमीटर, ते सैकंड जिहड़ा है R2 इस दी जिहड़ी वैल्यू है इट इज 10 सेंटीमीटर।
बेटा दोनों ਨੂੰ ਅਸੀਂ ਜੁਆਇਨ ਕਰਤਾ ਬਾਅਦ ਵਿੱਚੋਂ ਵਿਦ ਦ ਹੈਲਪ ਆਫ ਅ ਵਾਇਰ। ਅਸੀਂ ਕੀ ਨਿਕਾਲਣਾ बेटा, कॉमन पोटेंशियल एंड चार्ज आफ्टर कनेक्टिंग। कॉमन पोटेंशियल निकालना है तो बेटा चार्ज निकालना है आफ्टर कनेक्टिंग। नाउ टोटल चार्ज, बेटा टोटल चार्ज पहला देखते हैं कितना होएगा, हले कनैक्शन तो पहला की गल है। टोटल चार्ज इधरों बेटा 12, इधरों आ गया बेटा -3, दैन वी हैव 9 माइक्रो कूलम। बेटा साढ़े को टोटल चार्ज जो आ गया है वो आ गया साढ़े को बेटा 9 माइक्रो कूलम। नाउ कॉमन पोटेंशियल, बेटा कॉमन पोटेंशियल का फॉर्मूला होता है टोटल चार्ज डिवाइड करांगे बेटा असी टोटल कैपेसिटी दे नाल। कॉमन पोटेंशियल निकालने का फॉर्मूला टोटल चार्ज नू टोटल कैपेसिटी ना बेटा थले आपां डिवाइड कर देंगे। टोटल चार्ज ते बेटा साढ़े कोल है 9, इत्थे कर लगा बेटा मैं इत्थे, इधर आ गया बेटा 9 डिवाइडेड बाय बेटा टोटल कैपेसिटी किस तरह निकालांगे असीं। कैपेसिटी, इस दी कैपेसिटी वास्ते बेटा तुहानूं फार्मूला लगाना पेगा C = 4 पाई एप्सिलॉन नॉट R1। ए दी कैपेसिटी निकालने वास्ते फार्मूला लगाना पेगा C = 4 पाई एप्सिलॉन नॉट R2। बेटा इन्हां दोनों दी विचों वैल्यू इत्थे पुट करन तो बाद 4 पाई एप्सिलॉन नॉट विचों बाहर आ जाएगा ते R1 प्लस R2 जिन्हां दा बेटा सानू जिहड़े रेडियस गिवन है इन्हां नू पहला बेटा मीटर च करके इत्थे पुट कर लियो। आफ्टर सॉल्विंग वी गेट द कॉमन पोटेंशियल, साडे को बेटा कॉमन जिहड़ा है पोटेंशियल वो निकल आएगा। हाँ जी बेटा क्लीयर। नाउ कल्ले कल्ले बेटा बॉडी उपर चार्ज किवें निकालांगे, जदों इहनूं असीं ज्वाइन करता जे पूछा जाए कि ये उपर चार्ज कितना आएगा, वह फार्मूला बेटा पिछे पढ़िया सी Q1 ऊपर आएगा बेटा साढ़े को R1, थले आएगा बेटा R1 प्लस R2 एंड नेक्स्ट साढ़े को मल्टीप्लाई बाय टोटल चार्ज। इतने आ जाएगा बेटा साढ़े को टोटल चार्ज Q1 प्लस Q2। बेटा जी वैल्यू पढ़ देनी है, यदा फार्मूले बेटा 5, इतने 5 प्लस आ जाएगा 10 ਤੇ बेटा टोटल चार्ज ਜਿਹੜਾ ਸਾਡੇ ਕੋਲ ਜਿਹੜਾ प्लस ਕੀਤਾ ਸੀ बेटा 9 ਤੇ बेटा ਇਹਨੂੰ ਕੈਲਕੂਲੇਸ਼ਨ ਜਿਹੜੀ ਇਹਦੀ ਕਰਕੇ ਸਾਡੇ ਕੋਲ ਬਣ ਜਾਏਗਾ 5 ਮਲਟੀਪਲਾਈ ਬਾਈ 9 ਡਿਵਾਈਡਡ ਬਾਈ 15, 5 3 ਜਾ ਤੇ बेटा ਆ ਗਿਆ ਸਾਡੇ ਕੋਲ 3 ਮਾਈਕਰੋ ਕੂਲਮ। ਇਹ बेटा ਸਾਡੇ ਕੋਲ ਟੋਟਲ ਚਾਰਜ ਆਏਗਾ ਪਹਿਲੇ ਸਫੀਅਰ ਤੇ। ਸਿਮਿਲਰਲੀ बेटा ਸੈਕੰਡ ਸਫੀਅਰ ਦੇ ਉੱਪਰ ਵੀ ਅਸੀਂ ਟੋਟਲ ਚਾਰਜ ਜਿਹੜਾ ਹੈ ਉਹ ਨਿਕਾਲ ਸਕਦੇ ਹਾਂ। ਥੈਂਕ ਯੂ बेटा।